चलो 46 नंबर सवाल भी 46 च करना सी आपां, ठीक है। ये स्टार लगा लो बई, अलग टाइप है ये, ठीक है, अलग तरह का सवाल है ये। लो देखो भी सुनो, इफ टॉफीज आर बॉट एट रेट ऑफ 25 फॉर ए रुपी। बई ਇਹ ਤੁਸੀਂ ਹੋ, कौन है ये? ਤੁਸੀਂ ਤੁਸੀਂ 1 रुपए ਦੇ रुपये 1 रुपए ਦੇ कितनी टॉफियां खरीद लिया? 25 टॉफी खरीद लिया है, ओके। अच्छा, फॉर हाउ मैनी मस्ट बी सोल्ड फॉर रुपी सो एज टू गेन 25%। ਤੇ ਤੁਸੀਂ ਇਹਨੂੰ ਵੇਚਣਾ ਟੌਫੀਆਂ ਨੂੰ, ਕਿੰਨੇ ਦੀ ਵੇਚਣਾ? ਰੁਪਏ 1 ਰੁਪਏ ਦੀ ਹੀ ਵੇਚਣੀ ਹੈ ਤੁਸੀਂ, ਠੀਕ ਹੈ। ਕਿੰਨੀਆਂ ਟੌਫੀਆਂ ਵੇਚੋ ਤੁਸੀਂ ਤਾਂ ਜੋ ਤੁਹਾਨੂੰ ਗੇਨ ਹੋ ਜਾਏ, ਕਿੰਨਾ ਗੇਨ ਹੋ ਜਾਏ? 25% ਗੇਨ ਹੋ ਜਾਏ ਹੈ। ਹੁਣ ਸਮਝੋ ਕੀ ਗੱਲ ਹੈ ਬਈ, ਤੁਸੀਂ ਖਰੀਦਿਆ ਜਦੋਂ ਤੁਹਾਡੀ ਜੇਬ ਚੋਂ 1 ਰੁਪਇਆ ਗਿਆ, ਜਦੋਂ ਤੁਸੀਂ ਵੇਚਿਆ ਤੁਹਾਡੀ ਜੇਬ ਚ 1 ਰੁਪਇਆ ਵਾਪਿਸ ਆ ਗਿਆ ਹੈ। ਮਤਲਬ ਰੁਪਇਆ ਦਾ ਤਾਂ ਉਰੇ ਕੋਈ ਲੈਣਾ ਦੇਣਾ ਹੈ ਨਹੀਂ, 1 ਰੁਪਇਆ ਹੈ 1 ਰੁਪਇਆ ਵਾਪਿਸ ਆ ਗਿਆ, ਕੋਈ ਚੱਕਰ ਵਾਲੀ ਗੱਲ ਹੀ ਨਹੀਂ। 1 ਰੁਪਏ ਦੀ ਆਪਾਂ ਕਾਹਦੇ ਵਿੱਚ ਕਮਾਣਾ ਹੈ? ਕਿ ਆਪਾਂ ਟੌਫੀਆਂ ਵਿੱਚ ਕਮਾਣਾ ਹੈ ਨਾ, ਠੀਕ ਹੈ। ਹੁਣ ਤੁਸੀਂ ਧਿਆਨ ਨਾਲ ਸੁਣੋ ਬਈ, ਆ ਤੁਸੀਂ ਹੋ, ਤੁਸੀਂ 25 ਟੌਫੀਆਂ ਖਰੀਦ ਲੀਆਂ, ਠੀਕ ਹੈ। ਬਈ ਮਾਈਕ ਆਫ ਹੀ ਰੱਖੋ ਆਪਦੇ ਯਾਰ, ਕੀ ਯਾਰ ਕਿੱਥੇ ਸੀ ਮੈਂ ਯਾਰ? ਇੱਥੇ ਸੀਗੇ, ਹਾਂ ਬਈ 1 ਰੁਪਏ ਦੀ ਤੁਸੀਂ 25 ਟੌਫੀਆਂ ਖਰੀਦਿਆ ਸੀ, ਠੀਕ ਹੈ। ਤੇ ਵੇਚੀਆਂ ਵੀ ਤੁਸੀਂ ਕਿੰਨੇ ਦੀ ਸੀ? 1 ਰੁਪਏ ਦੀ ਟੌਫੀਆਂ ਵੇਚੀਆਂ ਸੀ, ਠੀਕ ਹੈ। ਰੁਪਇਆ ਦਾ ਤਾਂ ਕੋਈ ਲੈਣਾ ਦੇਣਾ ਹੋਇਆ ਨਹੀਂ, ਠੀਕ ਹੈ। ਰੁਪਇਆ ਵਿੱਚ ਤਾਂ ਤੁਹਾਨੂੰ ਪ੍ਰੋਫਿਟ ਨਹੀਂ ਹੋਣਾ, ਤੁਸੀਂ ਪ੍ਰੋਫਿਟ ਕਮਾਉਣਾ ਟੌਫੀਆਂ ਵਿੱਚ ਹੈ। ਹੁਣ ਤੁਸੀਂ ਆਪ ਸੋਚੋ ਵੀ ਤੁਸੀਂ 25 ਟੌਫੀਆਂ ਖਰੀਦ ਲਿਆ, ਹੁਣ ਇਹਦੇ ਉੱਤੇ ਕਿੰਨਾ ਪਰਸੈਂਟ ਪ੍ਰੋਫਿਟ ਕਮਾਉਣਾ ਹੈ? 25% ਪ੍ਰੋਫਿਟ ਕਮਾਉਣਾ ਹੈ। ਤਾਂ ਕੈਲਕੂਲੇਟਿਵ ਫਿਗਰ ਕਿੰਨੀ ਹੋਗੀ? 100 ਤੇ 125। ਤੁਸੀਂ ਇੱਥੇ ਆਣਾ ਹੈ ਸੈਲਿੰਗ ਪ੍ਰਾਈਸ ਤੇ ਹੈ। ਅੱਛਾ ਵੀ 25 ਟੌਫੀਆਂ ਤੁਸੀਂ ਖਰੀਦੀਆਂ, ਤੁਸੀਂ ਟੌਫੀਆਂ ਹੁਣ ਤੁਹਾਨੂੰ ਜਿਹੜਾ ਤੁਹਾਨੂੰ ਪ੍ਰੋਫਿਟ ਹੈ ਨਾ, ਉਹ ਤੁਹਾਨੂੰ ਪੈਸਿਆਂ ਵਿੱਚ ਤਾਂ ਹੋਣਾ ਨਹੀਂ, ਤੁਸੀਂ ਕਾਹਦੇ ਵਿੱਚ ਪ੍ਰੋਫਿਟ ਕਮਾਉਣਾ? ਤੁਸੀਂ ਟੌਫੀ ਵਿੱਚ ਹੀ ਪ੍ਰੋਫਿਟ ਕਮਾਉਣਾ ਹੈ, ਠੀਕ ਹੈ। ਹੁਣ ਟੌਫੀਆਂ ਵਿੱਚ ਹੀ ਪ੍ਰੋਫਿਟ ਕਮਾਉਣ ਲਈ ਤੁਸੀਂ ਕੀ ਕਰੋਗੇ? ਜਿਹੜੀ ਟੌਫੀਆਂ ਆਉਣਗੀਆਂ ਘੱਟ ਵੇਚੋਗੇ ਕਿ ਵੱਧ ਵੇਚੋਗੇ? ਠੀਕ ਹੈ ਵੀ ਤੁਸੀਂ 1 ਰੁਪਏ ਦੀ 25 ਟੌਫੀਆਂ ਖਰੀਦ ਲਿਆ, ਤੁਹਾਡੀ ਜੇਬ ਵਿੱਚ 25 ਟੌਫੀ ਪਈਆਂ ਨੇਗੀਆਂ, ਠੀਕ ਹੈ। ਹੁਣ ਤੁਸੀਂ ਇਹ ਵੇਚਣ ਲੱਗੇ ਹੋ, ਜੇ ਤੁਸੀਂ ਟੌਫੀਆਂ ਵਿੱਚ ਪ੍ਰੋਫਿਟ ਕਮਾਉਣਾ, ਸਿਰਫ ਟੌਫੀਆਂ ਵਿੱਚ ਵੀ, ਪੈਸਿਆਂ ਵਿੱਚ ਨਹੀਂ, ਤਾਂ ਤੁਸੀਂ ਉਹ ਟੌਫੀਆਂ ਘੱਟ ਵੇਚੋਗੇ ਕਿ ਜ਼ਿਆਦਾ ਵੇਚੋਗੇ? ਪ੍ਰੋਫਿਟ ਕਮਾਉਣ ਲਈ, ਠੀਕ ਹੈ। ਪ੍ਰੋਫਿਟ ਕਮਾਉਣ ਲਈ ਤੁਸੀਂ ਉਹ ਟੌਫੀਆਂ ਘੱਟ ਵੇਚੋਗੇ, ਸਮਝ ਰਹੇ ਹੋ ਵੀ ਗੱਲ? 25 ਚੌਕਾ 100, ਸੌਰੀ 25 5 125 20, ਬਈ 20 ਟੌਫੀਆਂ ਤੁਸੀਂ ਵੇਚੋਗੇ, ਠੀਕ ਹੈ। ਲੋ ਦੇਖੋ, ਪੜੋ ਵੀ ਇਹਨੂੰ ਕੀ ਕਹਿੰਦਾ। ਕਹਿੰਦਾ ਇਫ oranges are bought at rate 30 for a rupee। ਲੋ ਵੀ 1 ਰੁਪਏ ਦੇ ਕਿੰਨੇ ਸੰਤਰੇ ਖਰੀਦ ਲਏ? 30। ਹਾਊ ਮੈਨੀ ਮਸਟ ਬੀ ਸੋਲਡ ਫॉर a rupee। ਬਈ ਵੇਚਣੇ ਵੀ ਤੁਸੀਂ ਕਿੰਨੇ ਦੇ? 1 ਰੁਪਏ ਦੇ, ਠੀਕ ਹੈ। ਇਨ ਆਰਡਰ ਟੂ ਗੇਨ 25%। ਕਿੰਨੇ ਉਹ ਵੇਚੇ ਤਾਂ ਜੋ ਉਹਨੂੰ ਗੇਨ ਕਿੰਨੇ ਦਾ ਹੋ ਜਾਏ? 25% ਦਾ। ਡਿੱਟੋ ਸਵਾਲ ਹੈ ਨਾ ਵੀ 1 ਰੁਪਇਆ ਹੀ ਆਇਆ 1 ਰੁਪਇਆ ਹੀ ਗਿਆ, ਕੋਈ ਫਰਕ ਨਹੀਂ, ਪੈਸੇ ਦਾ ਤਾਂ ਕੋਈ ਚੱਕਰ ਹੀ ਨਹੀਂ। ਲੋ ਵੀ ਤੁਸੀਂ ਸੰਤਰਿਆਂ ਦੀ ਕੀ ਉਹ ਕੱਢੋ ਪ੍ਰੋਫਿਟ, 30 ਸੰਤਰਿਆਂ ਉੱਤੇ ਤੁਸੀਂ ਪ੍ਰੋਫਿਟ ਕਮਾਉਣਾ 25%। ਹੁਣ ਤੁਸੀਂ ਸੰਤਰੇ ਵੱਧ ਵੇਚੋਗੇ ਕਿ ਘੱਟ ਵੇਚੋਗੇ? ਵੀ ਬੋਲੋ। 25% ਪ੍ਰੋਫਿਟ ਕਮਾਉਣ ਲਈ ਤੁਸੀਂ ਸੰਤਰੇ ਕੀ ਵੇਚੋਗੇ? ਘੱਟ ਵੇਚੋਗੇ, ਠੀਕ ਹੈ। 25 ਚੌਕਾ 100, 25 5 125, 5 ਛਿਕ ਦੀ ਕਿੰਨਾ ਆ ਗਿਆ? 6 ਚੌਕਾ 24, 24 ਸੰਤਰੇ ਵੇਚੋਗੇ ਬਈ ਤੁਸੀਂ, ਫਿਰ ਤੁਹਾਨੂੰ ਪ੍ਰੋਫਿਟ ਹੋਊਗਾ 25% ਦਾ। ਬਈ ਠੀਕ ਹੈ, ਦੱਸੋ ਠੀਕ ਹੈ। ਲੋ ਬਈ 55 ਨੰਬਰ, ਇਹ ਵੀ ਉਸੇ ਨਾਲ ਦੀ ਹੈ, ਥੋੜੀ ਜਿਹੀ ਐਕਸਟਰਾ ਚੀਜ਼ ਇਹਦੇ ਵਿੱਚ ਪਾਈ ਹੋਈ ਹੈ, ਹੋਰ ਕੁਛ ਨਹੀਂ। ਲੋ ਵੀ ਸੁਣੋ ਧਿਆਨ ਨਾਲ। ਬਾਈ ਸੈਲਿੰਗ oranges, ਸੰਤਰੇ ਵੇਚੇ ਵੀ ਐਟ 32 ਰੁਪਏ। ਅੱਛਾ, 1 ਰੁਪਏ ਦੇ 32 ਸੰਤਰੇ ਵੇਚ ਕੇ ਇਹ ਮੈਨ ਲੋਸ 40%, ਬੰਦੇ ਨੂੰ ਲੋਸ ਹੋ ਰਿਹਾ 40% ਦਾ ਵੀ। ਲੋ ਵੀ
32 ਸੰਤਰੇ ਵੇਚਣ ਤੋਂ ਬਾਅਦ ਉਹਨੂੰ ਲਾਸ ਹੋ ਰਿਹਾ ਹੈ 40% ਦਾ। ਕੈਲਕੂਲੇਟ ਫਿਗਰ 100 ਤੇ 60 ਤੁਸੀਂ ਪਿੱਛੇ ਜਾਓਗੇ। ਹਾਂ ਵੀ ਇਹ ਵੇਚਣ ਤੋਂ ਬਾਅਦ ਉਹਨੂੰ ਕੀ ਹੋ ਰਿਹਾ, ਲਾਸ ਹੋ ਰਿਹਾ ਹੈ। ਠੀਕ ਹੈ, ਤੇ ਜਿਹੜੀ ਪਿੱਛੇ ਜਿਹੜੀ ਇਹਦੀ ਕੋਸਟ ਪ੍ਰਾਈਸ ਹੋਊਗੀ, ਮਤਲਬ ਸੰਤਰਿਆਂ ਵਿੱਚ ਜਿਹੜੀ ਕੋਸਟ ਪ੍ਰਾਈਸ ਹੋਊਗੀ ਉਹ ਕਿੰਨੀ ਹੋਊਗੀ ਵੀ, ਕੀ ਹੋਊਗੀ ਉਹ ਘੱਟ ਹੋਊਗੀ। ਤਾਂ ਇਹਦਾ ਕੀ ਲਿਆਓਗੇ ਤੁਸੀਂ 60/100 ਲਿਆਓਗੇ, ਜਿਹੜੀ ਆ ਜੂਗੀ ਤੁਹਾਡੀ ਕੋਸਟ ਪ੍ਰਾਈਸ ਆ ਜੂਗੀ। ਕਹਿੰਦਾ ਹਾਊ ਮੈਨੀ ਫॉर ਅ ਰੁਪੀ, 1 ਰੁਪਏ ਦੀ ਉਹ ਕਿੰਨੀ ਵੇਚੇ, ਸ਼ੁੱਡ ਹੀ ਸੈਲ ਇਨ ਆਰਡਰ ਟੂ ਗੇਨ 20%। ਕਹਿੰਦਾ 20% ਪ੍ਰੋਫਿਟ ਕਮਾਉਣ ਵਾਸਤੇ ਉਹ ਕਿੰਨੇ ਸੰਤਰੇ ਵੇਚੇ। ਦੇਖੋ ਸਾਰੇ ਕਿਤੇ ਰੁਪੀ ਆ ਜਾਂਦਾ, ਤਾਂ ਰੁਪਏ ਦਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ। ਠੀਕ ਹੈ, ਤਾਂ ਇਹ ਪ੍ਰੋਫਿਟ ਲਾਸ ਕਾਹਦੇ ਵਿੱਚ ਹੋਊਗਾ, ਇਹ ਪ੍ਰੋਫਿਟ ਲਾਸ ਤੁਸੀਂ ਸੰਤਰਿਆਂ ਵਿੱਚ ਹੀ ਕਮਾਣਾ ਹੈ। ਤਾਂ ਕੀ ਹੋਇਆ ਵੀ ਜਦੋਂ ਤੁਸੀਂ 32 ਸੰਤਰੇ 1 ਰੁਪਏ ਦੇ ਵੇਚ ਰਹੇ ਹੋ ਤਾਂ ਤੁਹਾਨੂੰ ਲਾਸ ਹੋ ਰਿਹਾ ਹੈ 40% ਦਾ। ਕੈਲਕੂਲੇਟ ਫਿਗਰ 100 ਤੇ 60 ਆ ਗਈ। ਲੋ ਵੀ ਜਦੋਂ ਤੁਸੀਂ 32 ਟੌਫੀਆਂ ਵੇਚ ਰਹੇ ਹੋ ਜਾਂ ਸੰਤਰੇ ਵੇਚ ਰਹੇ ਹੋ, ਤੁਹਾਨੂੰ ਲਾਸ ਹੋ ਰਿਹਾ ਹੈ। ਮਤਲਬ ਤੁਸੀਂ ਜਿਹੜੀ ਚੀਜ਼ਾਂ ਹੋਣਗੀਆਂ ਵੱਧ ਵੇਚ ਰਹੇ ਹੋ ਨਾ, ਜ਼ਿਆਦਾ ਵੇਚ ਰਹੇ ਹੋ, ਤਾਂ ਹੀ ਤੁਹਾਨੂੰ ਲਾਸ ਹੋ ਰਿਹਾ। ਤਾਂ ਜਿਹੜੀ ਕੋਸਟ ਪ੍ਰਾਈਸ ਹੋਊਗੀ, ਕੋਸਟ ਪ੍ਰਾਈਸ ਕਾਹਦੇ ਵਿੱਚ, ਸੰਤਰਿਆਂ ਵਿੱਚ, ਉਹ ਕੀ ਆਊਗੀ, ਘੱਟ ਆਊਗੀ। ਲੋ ਵੀ ਕੋਸਟ ਪ੍ਰਾਈਸ ਸੰਤਰੇ ਵਿੱਚ ਆ ਗਈ ਘੱਟ। ਹੁਣ ਇਹਦੇ ਉੱਤੇ ਤੁਸੀਂ ਗੇਨ ਕਮਾਣਾ, ਕਿੰਨਾ ਗੇਨ ਕਮਾਣਾ ਹੈ, 20% ਗੇਨ ਕਮਾਣਾ। ਤੇ ਕੈਲਕੂਲੇਟਿਵ ਫਿਗਰ ਵੀ 100 ਤੇ 120। ਲੋ ਵੀ ਆ ਕੋਸਟ ਪ੍ਰਾਈਸ ਫਿਰ ਮੈਂ ਉਵੇਂ ਦੀ ਉਵੇਂ ਤਾਰ ਲਈ। ਠੀਕ ਹੈ, ਹੁਣ ਫਿਰ ਉਹੀ ਗੱਲ ਵੀ ਪ੍ਰੋਫਿਟ ਕਮਾਣਾ ਤੁਸੀਂ ਕਾਹਦੇ ਤੇ ਕਮਾਣਾ, ਸੰਤਰੇ ਉੱਤੇ ਹੀ ਕਮਾਣਾ ਹੈ। ਤਾਂ ਆਨਸਰ ਕੀ ਲੈ ਕੇ ਆਉਂਗੇ ਵੀ, ਆਨਸਰ ਫਿਰ ਤੁਸੀਂ ਘੱਟ ਲੈ ਕੇ ਆਉਂਗੇ, 100/120 ਹੀ ਲੈ ਕੇ ਆਉਂਗੇ। ਲੋ ਕਿੰਨਾ ਆ ਜਾਊਗਾ ਵੀ ਇਹ 2 16 ਸੰਤਰੇ ਆ ਜਾਣਗੇ। ਲੋ ਵੀ ਇੱਕ ਨਵੀਂ ਚੀਜ਼ ਸਿੱਖਦੇ ਆ, ਹੈਗੀ ਤਾਂ ਪੁਰਾਣੀ ਹੈ, ਕੰਸੈਪਟ ਨਵਾਂ ਤੁਹਾਡੇ ਵਾਸਤੇ। ਸੁਣੋ ਵੀ ਧਿਆਨ ਨਾਲ। ਲੋ ਵੀ ਤੁਹਾਨੂੰ ਦੋ ਚੀਜ਼ਾਂ ਪਤਾ ਨੇ, ਇੱਕ ਤੁਹਾਨੂੰ ਪਤਾ ਕੋਸਟ ਪ੍ਰਾਈਸ ਹੈ ਵੀ, ਇੱਕ ਤੁਹਾਨੂੰ ਪਤਾ ਸੈਲਿੰਗ ਪ੍ਰਾਈਸ। ਪਤਾ ਨਾ, ਤੁਸੀਂ ਕੋਸਟ ਤੋਂ ਸੈਲਿੰਗ ਪ੍ਰਾਈਸ ਤੇ ਜੰਪ ਮਾਰ ਸਕਦੇ ਹੋ, ਸੈਲਿੰਗ ਪ੍ਰਾਈਸ ਤੋਂ ਕੋਸਟ ਪ੍ਰਾਈਸ ਤੇ ਜੰਪ ਮਾਰ ਸਕਦੇ ਹੋ। ਇੱਕ ਹੋਰ ਚੀਜ਼ ਹੁੰਦੀ ਹੈ ਮਾਰਕੀਟ ਪ੍ਰਾਈਸ। ਠੀਕ ਹੈ, ਹੁਣ ਮਾਰਕੀਟ ਪ੍ਰਾਈਸ ਸਮਝਦੇ ਆਪਾਂ ਕੀ ਹੈ। ਇਹ ਵੀ ਦੁਕਾਨਦਾਰ ਹੈ, ਠੀਕ ਹੈ, ਜੈਨ ਬੁੱਕ ਡਿਪੂ ਹੈ। ਇਹ ਵੀ ਤੁਸੀਂ ਆ ਸੁਮਿਤ ਹੈ ਵੀ, ਸੁਮਿਤ ਨੇ ਕਿਤਾਬ ਲੈਣ ਗਈ ਵੀ ਸੁਮਿਤ ਜੈਨ ਬੁੱਕ ਡਿਪੂ ਕੋਲ। ਠੀਕ ਹੈ, ਆਹ ਕਿਤਾਬ ਸੀ। ਓਕੇ, ਹੁਣ ਜੈਨ ਬੁੱਕ ਡਿਪੂ ਨੂੰ ਇਹ ਕਿਤਾਬ 100 ਰੁਪਏ ਦੀ ਪਈ, 100 ਰੁਪਏ ਜੈਨ ਬੁੱਕ ਡਿਪੂ ਨੂੰ ਕਿਤਾਬ ਪਈ ਇਹ ਜੈਨ ਨੂੰ। ਠੀਕ ਹੈ, ਤੇ ਕੋਸਟ ਪ੍ਰਾਈਸ ਜੈਨ ਦੀ ਗੱਲ ਕਰਦੇ ਆਪਾਂ, ਜੈਨ ਬੁੱਕ ਡਿਪੂ ਦੀ ਕੋਸਟ ਪ੍ਰਾਈਸ ਕਿੰਨੀ ਹੋਗੀ, 100 ਰੁਪਏ ਹੋ ਗਈ। ਠੀਕ ਹੈ, ਅੱਛਾ। ਹੁਣ ਤੁਸੀਂ ਇੱਕ ਚੀਜ਼ ਦੇਖਦੇ ਹੋਗੇ, ਜਦੋਂ ਵੀ ਤੁਸੀਂ ਕੋਈ ਕਿਤਾਬ ਲੈਣ ਜਾਂਦੇ ਹੋ, ਹੈ ਵੀ ਸੁਮਿਤ, ਕੋਈ ਕਿਤਾਬ ਜਦੋਂ ਤੁਸੀਂ ਦੁਕਾਨ ਤੋਂ ਲੈਣ ਜਾਂਦੇ ਹੋ ਤਾਂ ਕੀ ਹੁੰਦਾ ਹੈ, ਇੱਥੇ ਇੱਕ ਪਰਚੀ ਲੱਗੀ ਹੁੰਦੀ ਹੈਗੀ, ਉਹਦੇ ਵਿੱਚ ਰੇਟ ਲਿਖਿਆ ਹੁੰਦਾ ਹੈ। ਠੀਕ ਹੈ, ਉਹ ਹੁਸ਼ਿਆਰੀ ਹੈ, ਕਿਹਦੀ ਹੁਸ਼ਿਆਰੀ ਹੈ, ਜੈਨ ਦੀ ਹੁਸ਼ਿਆਰੀ ਹੈ, ਜੈਨ ਬੁੱਕ ਡਿਪੂ ਦੀ। ਜੈਨ ਨੂੰ ਪਈ ਤਾਂ ਵੀ ਕਿਤਾਬ 100 ਰੁਪਏ ਦੀ ਹੈ, ਉਹ ਕੀ ਕਰਦਾ 100 ਰੁਪਏ ਸੋਨੂੰ ਨਹੀਂ ਦੱਸੂਗਾ ਵੀ ਮੈਨੂੰ 100 ਰੁਪਏ ਦੀ ਪਈ, ਉਹ ਇੱਥੇ ਇੱਕ ਪਰਚੀ ਲਾ ਦੂਗਾ, ਪਰਚੀ ਲਾ ਦੂਗਾ, ਕਹੂਗਾ 120 ਰੁਪਏ। ਠੀਕ ਹੈ ਬਈ, ਮੈਨੂੰ ਕਿਤਾਬ ਮਿਲ ਗਈ ਬਈ, ਮਾਰਕੀਟ ਪ੍ਰਾਈਸ ਹੈ, ਉਹ ਮਾਰਕੀਟ ਪ੍ਰਾਈਸ ਹੈ ਜਿਹੜੀ ਇਹਨੇ ਚੇਪੀ ਲਾਤੀ ਹੈ ਕਿਤਾਬ ਵਿੱਚ। ਠੀਕ ਹੈ, ਮਾਰਕੀਟ ਪ੍ਰਾਈਸ ਉਹਨੇ ਦਿਖਾਤੀ 120 ਰੁਪਏ। ਫਿਰ ਜਦੋਂ ਤੁਸੀਂ ਦੁਕਾਨ ਤੇ ਜਾਂਦੇ ਹੋ, ਉਹਦੇ ਕੋਲ ਕਹਿੰਦੇ ਹੋ ਵੀ ਮੈਨੂੰ ਡਿਸਕਾਊਂਟ ਦੇ ਕੁਛ ਯਾਰ, ਹੈ ਨਾ, 10% 20% ਕੁਛ ਤਾਂ ਦੇ। ਤੁਸੀਂ ਕਹਿੰਦੇ ਵੀ 10% ਤਾਂ ਸਾਰੇ ਬੁੱਕ ਡਿਪੂ ਦਿੰਦੇ ਨੇ, ਤਾਂ ਤੂੰ ਵੀ ਮੈਨੂੰ 10% ਡਿਸਕਾਊਂਟ ਦੇ। ਠੀਕ ਹੈ, ਠੀਕ ਹੈ, ਤਾਂ ਜੈਨ ਬੁੱਕ ਡਿਪੂ ਕਹਿੰਦਾ ਹਾਂ ਵੀ ਡਿਸਕਾਊਂਟ ਲੈ ਲਓ, ਕੋਈ ਗੱਲ ਨਹੀਂ, ਹੈ ਵੀ। ਤਾਂ ਡਿਸਕਾਊਂਟ ਤੇ ਕਿੰਨਾ ਹੋ ਜੂਗਾ ਇਹ, ਕੈਲਕੂਲੇਟਿਵ ਫਿਗਰ 100 ਤੇ 90, ਉਹਨੂੰ ਕਿੰਨੇ ਦੀ ਵਿਕ ਜੂਗੀ, 120 ਤੋਂ ਆਨਸਰ ਘੱਟ ਲੈ ਕੇ ਆਈਏ ਆਪਾਂ, 12 ਨਾਇਆ 108, 108 ਦੀ ਤੁਹਾਨੂੰ ਕਿਤਾਬ ਉਹਨੇ ਵੇਚਤੀ। ਸਮਝੇ ਗੱਲ ਬਈ, ਕੋਸਟ ਪ੍ਰਾਈਸ ਤਾਂ ਉਹ ਹੋਗੀ ਜਿਹੜੀ ਉਹਨੂੰ ਜੈਨ ਬੁੱਕ ਡਿਪੂ ਨੂੰ ਪਈ, ਅਸਲ ਚ ਜਿੰਨੇ ਦੀ ਉਹਨੇ ਖਰੀਦੀ ਹੈ। ਮਾਰਕੀਟ ਪ੍ਰਾਈਸ ਉਹਨੇ ਉਹਦੇ ਤੇ ਜਿਹੜੀ ਚੇਪੀ ਲਾਤੀ, ਠੀਕ ਹੈ, ਉਹ ਤੁਹਾਨੂੰ ਦਿਖਾਉਣ ਵਾਸਤੇ ਲਾ ਰਿਹਾ ਹੈ। ਉਹ ਤੁਹਾਨੂੰ ਜਿਹੜਾ ਡਿਸਕਾਊਂਟ ਦਊਗਾ ਉਹ ਮਾਰਕੀਟ ਪ੍ਰਾਈਸ ਉੱਤੇ ਦਊਗਾ, ਨਾ ਕਿ ਕੋਸਟ ਪ੍ਰਾਈਸ ਉੱਪਰ।
ਜੇ ਉਹ ਕੋਸਟ ਪ੍ਰਾਈਸ ਹੀ ਉਰੇ ਰਹਿਣ ਦਵੇ, ਹੁਣ ਤੁਸੀਂ ਜਾ ਕੇ ਮੂੰਹ ਖੜ ਜਾਓਗੇ ਦੁਕਾਨ ਤੇ ਵੀ, ਹਾਂਜੀ 100 ਰੁਪਏ ਤੇਰੀ ਕੋਸਟ ਪ੍ਰਾਈਸ ਹੈ, 10% ਮੈਂ ਡਿਸਕਾਊਂਟ ਲਊਂਗੀ, ਲੈ ਵੀ 90 ਰੁਪਏ ਦੀ ਮੈਨੂੰ ਕਿਤਾਬ ਦੇ ਦੇ। ਉਹ ਹੁਣ ਕਮਲਾ ਥੋੜੀ ਹੈ ਵੀ 90 ਰੁਪਏ ਦੀ ਤੁਹਾਨੂੰ ਕਿਤਾਬ ਦੇ ਦੂਗਾ, ਠੀਕ ਹੈ। ਤਾਂ ਉਹ ਆਪਦੇ ਬਚਾਵ ਲਈ, ਆਪਦੇ ਪ੍ਰੋਫਿਟ ਲਈ ਕੀ ਕਰਦਾ ਹੈ, ਉਰੇ ਚੇਪੀ ਲਾਉਂਦਾ। ਚੇਪੀ ਨੂੰ ਕੀ ਕਹਿ ਦਿੰਦੇ ਆਪਾਂ, ਮਾਰਕੀਟ ਪ੍ਰਾਈਸ ਕਹਿ ਦਿੰਦੇ ਆ, ਠੀਕ ਹੈ। ਚੇਪੀ ਉਹਨੇ ਲਾਤੀ 120 ਦੀ, 10% ਡਿਸਕਾਊਂਟ ਦੇਣ ਤੋਂ ਬਾਅਦ ਤੁਹਾਨੂੰ 108 ਦੀ ਵੇਚਤੀ। ਤਾਂ ਹੁਣ ਦੇਖੋ ਉਹਨੂੰ ਪ੍ਰੋਫਿਟ ਕਿੰਨੇ ਦਾ ਹੋਇਆ ਵੀ, ਅਸਲ 'ਚ ਪ੍ਰੋਫਿਟ ਕਿੰਨੇ ਦਾ ਹੋਇਆ, ਉਹਨੂੰ ਚੀਜ਼ ਪਈ ਸੀ 100 ਦੀ, ਵੇਚਤੀ ਉਹਨੇ 108 ਦੀ, ਕਿੰਨੇ ਦਾ ਗੇਨ ਹੋਇਆ, 8 ਰੁਪਏ ਦਾ। ਕਿਹਦੇ ਮਗਰ, 100 ਮਗਰ, ਗੁਣਾ 100, 8% ਕੀ ਹੋ ਗਿਆ, ਉਹਨੂੰ ਪ੍ਰੋਫਿਟ ਹੋ ਰਿਹਾ ਹੈ। ਸਮਝੇ ਗੱਲ ਇਹ? ਅੱਛਾ, ਹੁਣ ਇੱਕ ਗੱਲ ਹੋਰ ਦੇਖੋ ਮੇਰੀ, ਜਿਹੜੀ ਕੋਸਟ ਪ੍ਰਾਈਸ ਹੈ ਉਹ ਕਹੂਗਾ ਲਾਈਨ ਦੇ ਵਿੱਚ ਇਦਾਂ ਕਹਿੰਦਾ ਹੁੰਦਾ ਵੀ ਮਾਰਕਸ ਹਿਜ਼ ਗੁੱਡ ਪਲੱਸ 20% ਜਾਂ 25% ਕੁਛ ਵੀ ਹੈ ਅਬਵ ਕੋਸਟ ਪ੍ਰਾਈਸ। ਮਾਰਕਸ ਮਤਲਬ ਉਹਨੇ ਮਾਰਕ ਕਰਤੀ ਆਪਦੀ ਜਿਹੜੀ ਕੋਸਟ ਪ੍ਰਾਈਸ ਹੈ ਨਾ, ਉਹਨੂੰ ਵਧਾ ਕੇ ਲਿਖਤਾ। ਕਿੰਨੇ ਪਰਸੈਂਟ ਵਧਾ ਕੇ ਲਿਖਤਾ, ਇੱਥੇ 100 ਦਾ 120 ਲਿਖਿਆ ਸੀ, ਮਤਲਬ ਉਰੇ 20% ਵਧਾ ਕੇ ਲਿਖਤਾ। ਤਾਂ ਧਿਆਨ ਰੱਖਿਓ, ਜਦੋਂ ਵੀ ਉਹ ਕਹੂਗਾ ਵੀ ਕੋਸਟ ਪ੍ਰਾਈਸ ਨੂੰ ਵਧਾ ਕੇ ਲਿਖਤਾ, ਤਾਂ ਆਹ ਇੱਥੇ ਚੀਜ਼ ਤੁਸੀਂ ਪਲੱਸ 'ਚ ਲਿਖਣੀ ਹੈ, ਆਹ ਵਾਲੀ ਵੀ, ਠੀਕ ਹੈ। ਕੋਸਟ ਪ੍ਰਾਈਸ ਤੋਂ ਮਾਰਕੀਟ ਪ੍ਰਾਈਸ ਹਮੇਸ਼ਾ ਉਹ ਵਧਾ ਕੇ ਹੀ ਲਿਖੂਗਾ। ਕੋਈ ਵੀ ਨਲਾਇਕ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਉਹਨੂੰ ਘਟਾ ਕੇ ਲਿਖੂਗਾ, ਵੀ ਉਹਨੂੰ ਚੀਜ਼ 100 ਦੀ ਪੈ ਗਈ ਤੇ ਉਹ ਮਾਰਕੀਟ ਪ੍ਰਾਈਸ 90 ਦੀ ਦਿਖਾ ਦੂਗਾ ਨਾ, ਠੀਕ ਹੈ। ਤੇ ਰਹੀ ਗੱਲ ਇਹਦੀ ਡਿਸਕਾਊਂਟ ਦੀ, ਡਿਸਕਾਊਂਟ ਹਮੇਸ਼ਾ ਮਾਰਕੀਟ ਪ੍ਰਾਈਸ ਤੇ ਹੀ ਮਿਲੂਗਾ, ਠੀਕ ਹੈ। ਕੋਸਟ ਪ੍ਰਾਈਸ ਤੇ ਕਦੇ ਡਿਸਕਾਊਂਟ ਨਹੀਂ ਦੇਣਾ, ਹਮੇਸ਼ਾ ਮਾਰਕੀਟ ਪ੍ਰਾਈਸ ਉੱਤੇ ਡਿਸਕਾਊਂਟ ਦੇਣਾ, ਠੀਕ ਹੈ। ਸਮਝ ਰਹੇ ਹੋ ਗੱਲ ਮੇਰੀ? ਅੱਛਾ, ਮੈਂ ਕਹਾਂ ਵੀ ਕੋਸਟ ਪ੍ਰਾਈਸ ਸੀਗੀ 1000 ਰੁਪਏ ਸੀ, ਹੈ। ਉਹਨੇ ਫਿਰ ਜਿਹੜਾ ਮਾਰਕਸ ਹਿਜ਼ ਗੁੱਡਸ ਅਬਵ ਕੋਸਟ ਪ੍ਰਾਈਸ ਕਿੰਨੀ ਕਰਤੀ, 20% ਨਾਲ ਵਧਾਤੀ। ਤੇ ਵੇਚਣ ਲੱਗਿਓ ਉਹ ਡਿਸਕਾਊਂਟ ਵੀ ਦੇ ਰਿਹਾ ਹੈ, ਠੀਕ ਹੈ। ਕਿੰਨਾ ਡਿਸਕਾਊਂਟ ਦੇ ਰਿਹਾ ਹੈ, 10% ਡਿਸਕਾਊਂਟ ਦੇ ਰਿਹਾ ਹੈ। ਮੈਨੂੰ ਸੈਲਿੰਗ ਪ੍ਰਾਈਸ ਦੱਸੋ ਕਿੰਨੀ ਹੋਊਗੀ, ਦੱਸ ਸਕਦੇ ਹੋ? ਲੋ ਵੀ ਕੋਸਟ ਪ੍ਰਾਈਸ ਆ ਸੇ, ਜਦੋਂ ਵੀ ਤੁਸੀਂ ਸਵਾਲ ਵਿੱਚ ਦੇਖੋਗੇ ਨਾ ਵੀ ਮਾਰਕੀਟ ਪ੍ਰਾਈਸ ਦੀ ਗੱਲ ਹੋਗੀ, ਸੀਪੀ ਐਮਪੀ ਆ ਗਿਆ, ਜਦੋਂ ਵੀ ਮਾਰਕੀਟ ਪ੍ਰਾਈਸ ਹੋ ਗਿਆ ਤਾਂ ਤੁਸੀਂ ਆਹ 3 ਲਾਈਨਾਂ ਡਰਾ ਕਰ ਲੈਣੀ, ਆਹ ਲਾਈਨ ਡਰਾ ਕਰ ਲੈਣੀ ਹੈ। ਇੱਥੇ ਲਿਖ ਲਓ ਚੁੱਪ ਕਰਕੇ ਫਟਾਫਟ, ਸੀਪੀ ਐਮਪੀ ਤੇ ਐਸਪੀ। ਕੋਸਟ ਪ੍ਰਾਈਸ ਕਿੰਨੀ ਆ ਵੀ, 1000 ਰੁਪਏ, ਠੀਕ ਹੈ। ਮਾਰਕਸ ਇਜ਼ ਗੁੱਡਸ, ਬਈ ਇਹ ਕਿੱਥੇ ਆਊ, ਇੱਥੇ ਆਊ ਨਾ, ਇੱਥੇ ਆਊ, ਪਲੱਸ ਵਾਲੀ ਚੀਜ਼ ਹਮੇਸ਼ਾ ਇੱਥੇ ਆਊ, ਠੀਕ ਹੈ। ਡਿਸਕਾਊਂਟ 10%, ਡਿਸਕਾਊਂਟ ਹਮੇਸ਼ਾ ਮਾਰਕੀਟ ਪ੍ਰਾਈਸ ਤੇ, ਮਤਲਬ ਡਿਸਕਾਊਂਟ ਆਊਗਾ ਇੱਥੇ, ਠੀਕ ਹੈ। ਫਿਰ ਤੁਸੀਂ ਇੱਥੋਂ ਇੱਥੇ ਜੰਪ ਮਾਰਨੀ, ਇੱਥੋਂ ਇੱਥੇ ਜੰਪ ਮਾਰਨੀ। ਹਾਂ ਵੀ ਕੈਲਕੂਲੇਟਿਵ ਫਿਗਰ 100 ਤੇ 120, ਇਹਦੀ ਵੀ 100 ਤੇ 90। ਲੋ ਵੀ 1000 ਦਾ ਆਂਸਰ ਅੱਗੇ ਆਓ ਵੀ, ਲੋ ਵੀ ਕੋਸਟ ਪ੍ਰਾਈਸ ਤੋਂ ਮਾਰਕੀਟ ਪ੍ਰਾਈਸ ਪਤਾ ਕਰੋ ਕਿੰਨੀ ਹੋਊਗੀ, ਵੱਧ ਹੋਊਗੀ 120/100। ਇਹ ਕੀ ਚੀਜ਼ ਹੈਗੀ, ਇਹ ਮਾਰਕੀਟ ਪ੍ਰਾਈਸ ਆ ਗਈ। ਮਾਰਕੀਟ ਪ੍ਰਾਈਸ ਤੇ ਤੁਸੀਂ ਖੜੇ ਹੋ ਹੁਣ, ਠੀਕ ਹੈ। 1200 ਰੁਪਏ ਮਾਰਕੀਟ ਪ੍ਰਾਈਸ ਆ ਗਈ। ਹੁਣ ਸੈਲਿੰਗ ਪ੍ਰਾਈਸ ਪੁੱਛਿਓ ਨੇ, ਸੈਲਿੰਗ ਪ੍ਰਾਈਸ ਤੇ ਹੋਰ ਜੰਪ ਮਾਰੋ ਵੀ, ਹੁਣ ਤਾਂ ਉਹਨੇ ਡਿਸਕਾਊਂਟ ਦੇਊਗਾ, ਉਹ ਡਿਸਕਾਊਂਟ ਤੇ ਕਿੰਨਾ ਆਊਗਾ ਵੀ, ਆਂਸਰ ਘੱਟ 90/100। ਇਹ ਤੁਸੀਂ ਕਾਹਦੇ ਪਹੁੰਚ ਗਏ, ਸੈਲਿੰਗ ਪ੍ਰਾਈਸ ਤੇ ਪਹੁੰਚ ਗਏ। 12 ਨਾ 108, 1080 ਰੁਪਏ ਦੀ ਉਹਨੇ किताब बेचते, समझे भी हैं? अच्छा, मैं कहा गेन कितना हो गया उन्होंने, बई गेन होया उन्हें 1000 वाली चीज़ 1080 की बेचती, मतलब 80 रुपए का प्रॉफिट। कि मगर 1000 मगर गुना 100, लो भी किन्ने का हो गया उन्होंने प्रॉफिट, 8% का प्रॉफिट हो गया, ठीक है। अच्छा, जब मैं सीधा कहता नैट इफेक्ट ला के 20% ਤਾਂ ਇੱਧਰ ਉਹਨੇ ਵਧਾ ਲਿਆ, 10% ਉਹਨੇ ਇੱਧਰ ਘਟਾ ਲਿਆ, ਤਾਂ 20 ਤੇ 10 ਦਾ ਨੈਟ ਇਫੈਕਟ 20 - 10 - 20 ਗੁਣਾ 10/100। ਇਹ ਆ ਗਿਆ ਵੀ 2, 20 ਚੋਂ 10 ਗਏ, 10 ਤੋਂ ਦੋਗੇ 8% ਪਲੱਸ, ਮਤਲਬ ਉਹਨੂੰ ਓਵਰਆਲ ਪ੍ਰੋਫਿਟ ਹੋ ਰਿਹਾ। ਇੱਥੇ ਵੀ ਉਹੀ ਆਇਆ ਸੀ। ਇੰਨੀ ਗੱਲ ਸਮਝੇ ਮੈਨੂੰ ਦੱਸੋ, ਮੈਸੇਜ ਲਾਇਓ।
हले होर गल समझो, मैं कहना एक ट्रेडर है, दुकानदार है भी आसे, ठीक है, रवि है भी, रवि दुकानदारी कर रहा, ਇਹ ਕੀ ਕਰਦਾ, ਕਹਿੰਦਾ ਵੀ ਇਹਨੇ ਬਾਹਰ ਬੋਰਡ ਲਾਤਾ, ਜਿਹੜਾ ਵੀ ਬੰਦਾ ਮੈਨੂੰ ਕੈਸ਼ ਪੇਮੈਂਟ ਦਊਗਾ ਉਹਨੂੰ ਮੈਂ ਡਿਸਕਾਊਂਟ ਦੇ ਦੂੰਗਾ, ਠੀਕ ਹੈ, ਡਿਸਕਾਊਂਟ ਦੇ ਦੂੰਗਾ ਉਹਨੂੰ ਮੈਂ 10% ਦਾ ਡਿਸਕਾਊਂਟ ਦਊਂਗਾ, ਓਕੇ, ਠੀਕ ਹੈ। ਫਿਰ ਕਹਿੰਦਾ ਉਹਨੇ ਜਿਹੜੀ ਆਪਦੀ ਮਾਰਕੀਟ ਪ੍ਰਾਈਸ ਹੈ ਉਹ ਕੋਸਟ ਪ੍ਰਾਈਸ ਤੋਂ ਇਨਕਰੀਜ਼ ਕਰਕੇ ਰੱਖੀ ਹੈ, 30% ਇਨਕਰੀਜ਼ ਕਰਕੇ ਰੱਖੀ ਹੈ, ਠੀਕ ਹੈ ਵੀ। ਅੱਛਾ ਦੱਸੋ ਵੀ ਉਹਨੂੰ ਓਵਰਆਲ प्रॉफिट हो रहा है या लॉस हो रहा है। ठीक है, आम बंदा की करूगा, पूरे करूगा कॉस्ट प्राइस, मार्केट प्राइस, सैली प्राइस, क्योंकि कॉस्ट प्राइस भी 1000 रुपये या 100 रुपये, 100 रुपये तो डिस्काउंट कितना मिला भी, सॉरी कितना रेट बढ़ाया उन्हें, 130% बढ़ाया, तो 30% इतने है भी, कैश पेमेंट उरे 10% डिस्काउंट है, उरे 10 लाता, ठीक है, इतों लाइन तो उरे छंप मार के, उरे जंप मार के, जिन्ना आंसर उरे आऊ ਉਹਨੂੰ ਇਹਦੇ ਚ ਘਟਾ ਕੇ ਫਿਰ ਵੀ ਉਹ ਕੀ ਕਰੂਗਾ, परसेंटेज कढूगा, है तो अपना तरीका ही है ये, ठीक है, ये तरीका भी सही है, ठीक है, पर उन्हें जो परसेंटेज ते पूछ लिया, परसेंटेज प्रॉफिट एंड लॉस ते पूछ लिया, तुसी की लगाना, तुसी नैट इफेक्ट लगाओगे, ठीक है, 30 ते 10% का नैट इफेक्ट लगाओ, किवें भी लाउना सुनो आउंदा, 30 प्लस माइनस 10 माइनस 30 गुना 10 बटे 100, लो भी 30 चो 10 गए 20 चो 3 गए 17% की आ गया, प्रॉफिट आ गया ओवरऑल, ओके है, हुण ओके है भी है, ठीक है। फिर मैं कहना है कॉस्ट प्राइस, मार्केट प्राइस ते सैलिंग प्राइस, बई उन्हें डिस्काउंट देता 10% का डिस्काउंट देता, ਉਹਨੂੰ ओवरऑल प्रॉफिट हो रहा है, प्रॉफिट हो रहा है किन्ने का प्रॉफिट करिए आप 40% का प्रॉफिट हो रहा है, ठीक है, ठीक है। दसो दी मार्केट प्राइस, मार्क्स जी मार्केट प्राइस होगी वो किन्नी अबब होगी, किन्ने अबब परसेंटेज होगी, है भी। अच्छा मतलब मैंने की दे रखा, डिस्काउंट दे रखा, तुसी इत्थे हो, सोनू आ 10% डिस्काउंट दे रखा है, मार्केट प्राइस भी कॉस्ट प्राइस तो मार्केट प्राइस इनक्रीज होती है, कितनी इनक्रीज होती है ये सोनू पता नहीं, ये तुसी एक्स मान ली, समझ रहे हो। अच्छा तो ओवरऑल प्रॉफिट सोनू देता, ओवरऑल प्रॉफिट कितना होया है, 40% ओवरऑल प्रॉफिट होया, ठीक है। तुसी एदी चीज सोनू आ वाली चीज सोनू पता करें, हुण सोनू पता भी एदा नैट इफेक्ट ते एदा नैट इफेक्ट किहदे बराबर हुंदा है, ये 40 दे बराबर हुंदा है, तो नैट इफेक्ट लाओ भी एक्स ते 10 दा, एक्स माइनस 10 है भी माइनस 10x बटे 100 बराबर की दे 40 दे, ठीक है, समझे भी। आ 10 उधर चल जाएगा, कितना जो 50, ठीक है, ये आ जाऊगा 190x बटे 100 आ जाऊगा, जीरो नाल जीरो गई है भी, ये कितना आ जाऊगा 500 बटे 9% की आ जाऊगा, ये थोड़ा आंसर आ जाऊगा, ये मार्केट प्राइस हो जाएगी भी कितनी बढ़ा के लिखी है, 500 बटा 9% बढ़ा के लिखी है, समझे ना। सवाल यही होगा कॉस्ट प्राइस, मार्केट प्राइस, सैलिंग प्राइस, जा आह दोहे दे के आ पुछ लू, जा आह दे के एह दे के आ पुछ सकता है, जा अगली बार की कर सकता है, ए ते आह बारला दे के आ डिस्काउंट वाली भी पुछ सकता, काम तुसी उही करना है, नैट इफेक्ट लगा के उहदे बराबर रख दो ओवरऑल दे बस। भी दसो हुण मैनूं दसो माड़ा ओके काम, फिर मैं सवालों ते चला, बहुत आउंदे हुंदे भी पेपर च सवाल, ये सवालों ते चलते आपां। 49 नंबर सवाल, लो भी पढ़ो, ए ट्रेड्समैन, सॉरी, ए ट्रेड्समैन मार्क्स हिज गुड्स एट 25% अबव हिज कॉस्ट प्राइस। हुण जदों मार्क्स की गल आ गई, कॉस्ट प्राइस भी उन्हें कहता, तो तुसी चुप करके तुसी की करना है, आ लाइन ड्रा कर लो, केड़ी लाइन, सीपी एमपी ते एसपी वाली, हाँ भी हुण पुट करो, ट्रेडमैन मार्क्स हिज गुड्स 25% अबव हिज कॉस्ट प्राइस, कित्थे आऊगा, इत्थे आऊगा, ये ओए कित्थे आऊगा, इत्थे आऊगा,
थोड़ा बोलिया करो, 25% अबव, ठीक है। एंड अलाउज परचेजर ए डिस्काउंट, डिस्काउंट दे रहा है किन्ने दा 12.5% का, तो ये कित्थे आऊ डिस्काउंट, इत्थे आऊगा। कहना वट प्रॉफिट परसेंट डज ही मेक, कहना दसो प्रॉफिट उन्होंने कितना होया, लै भी कितना होया 2 का नैट इफेक्ट लगाओ भी, आंसर है ਤੁਹਾਡਾ ਬਈ। ਨੈਟ ਇਫੈਕਟ ਤਾਂ ਮੈਨੂੰ ਲੱਗਦਾ ਨਹੀਂ ਵੀ ਤੁਹਾਨੂੰ ਲੋੜ ਹੈ ਕਰਾਉਣ ਦੀ, ਵੀ ਕਿਵੇਂ ਹੋਊਗਾ ਹੈ ਬਈ। ਬਟਾ 100, 12 7 12 800 ਸੌਰੀ 12.5 800, ਇਹਦੀ ਸਹੀਆਂ ਪਾ ਲਓ ਤਾਂ ਜ਼ਿਆਦਾ ਵਧੀਆ ਰਹੂਗਾ। 25 12 24 25 बटा 2, ये आ गया 25/8, ठीक है। एलसीएम कितना जो 2 ते 8 का भी 8 ही आऊगा, 25 8 200, 4 आया 25 चौका 100, 25 200 तो 125 चले गए, कितना रह गया भी 175 है भी। 175 क्यों यार, की हो गया, कला 75 होगा ना, सॉरी 75/8, यही ਤੁਹਾਡਾ ਕੀ आंसर है, ਜਿਹਨੂੰ ਤੁਸੀਂ ਲਿਖ ਸਕਦੇ ਹੋ 9 ਸਹੀ 3/8% लिख सकते हो भाई, ठीक है। 50 नंबर। ए ट्रेडर अलाउज ए डिस्काउंट 5% फॉर कैश पेमेंट, लो भाई जो दो ने डिस्काउंट वगैरह कहता तो लाइन मार लो चुप करके, डिस्काउंट दिंदा तो डिस्काउंट कित्थे आऊ, इत्थे आऊगा भी, है ना। यह गल क्लीयर होनी चाहिए जमा इट वर्गी। यार हाउ मच अबव कॉस्ट प्राइस मस्ट ही मार्क्स इज गुड टू मेक ए प्रॉफिट 10%, कहना ओवरऑल 10% प्रॉफिट कमान ली, आ वाली चीज किन्नी वधा के लिखे, कॉस्ट प्राइस नो मार्केट प्राइस से किन्नी वधा के लिखे, तो किन्नी वधा के लिखे भी हुणे कराया सी वैसे नाल एक्स वधा के लिखे है भी। इन्हां दोहां दा की लगा लो, नैट इफेक्ट बराबर रख दो ये, लो भी एक्स माइनस 5 माइनस 5x/100 बराबर कि 10 दे, 5 उधर चल जू 15 आ जूगा, ठीक है। ये आ जूगा कितना भी 95x/100 है, 19 5 95 5 15, एक्स आ जाऊगा 300/19% आ गया, सिंपल है। लो भी सतीश, सतीश आ गया भी, सतीश मार्क्स इज गुड्स 25% अबव कॉस्ट प्राइस, फिर भी मार्क्स की गल आ गई तो मैंने पता चुप करके मैं एक काम करता है लाइन ड्रा कर लेना है। 25% अबव कॉस्ट प्राइस मतलब कितने आऊगी, ये इत्थे आऊ, है ना। बट अलाउज 12.5% डिस्काउंट फॉर कैश पेमेंट, डिस्काउंट दे रहा है तो डिस्काउंट आऊगा इत्थे। इफ ही सैल्स आर्टिकल रुपीज 875, वो बेच दिंदा किन्ने दा बेचता भी 875 का, फाइंड हिज कॉस्ट प्राइस, लै भी कॉस्ट प्राइस पूछी है, इत्थों तुसी इत्थे जंप मार लो, इत्थों तुसी इत्थे जंप मार लो, सिंपल है कुछ भी नहीं है, कर दोगे भाई। कैलकुलेट फिगर 100 ते 125, 100 ते 87.5, लो भी 875 है, पिछे जाना है, पिछे आंसर वध होगा है, उस तो पिछे भाई आंसर घट होगा। आंसर है यार की है, नकली सवाल 800 रुपये आंसर आ जाऊगा, ठीक है भाई, ओके भाई। काट भी थोड़ा होमवर्क है, 63 63 ते स्टार लाओ, ठीक है, वही गल पेपर च आउंदा है। सुनो भी, द मार्केट प्राइस ऑफ रेडियो इज 480, लो भी मार्केट प्राइस जो उन्हें कहता था मैं चुप करके आह लिख लूंगा, है ना। कहना मार्केट प्राइस की रेडियो की 480 है, द शॉपकीपर अलाउज ए डिस्काउंट ऑफ 10% एंड गेन्स 8%, बई वो डिस्काउंट दिंदा 10% तो उन्होंने गेन हो रहा है, किन्ने का गेन हो रहा है 8% का गेन हो रहा है, ठीक है। इफ नो डिस्काउंट इज अलाउड फाइंड हिज गेन परसेंटेज, अच्छा कहना जे हो ਜਿਹੜਾ डिस्काउंट वो ना दे तो ਉਹਦਾ गेन परसेंट दसो की होगा, ध्यान नाल। ਹੁਣ ਉਹਨੇ परसेंटेज पूछा तो मैंने 480 की लोड़ तो है नहीं, 480 की लोड़ मैनू है नहीं, ठीक है भाई। इत्थे कुछ वधा के लिखा होगा है ना, x% वधा के लिखा हो, एदा ते एदा नैट इफेक्ट किहदे बराबर हो, एदे बराबर हो, मैं कढ़ना, लो कढ़ो भी x माइनस 10 माइनस 10x/100 बराबर 8 दे, है ना।
उधर जाके कितना हो गया 18 हो गया, ये आ गया भी 90x/100 हो गया, ठीक है ओके भी 18 5 90 5 दूनी 10 20 x आ गया 20%। भी इत्थे उन्हें कितनी वधा के लिखी है 20% वधा के लिखी है। ਹੁਣ ਉਹਨੇ ਕੀ ਪੁੱਛਿਆ ਸੀ, ਕਹਿੰਦਾ ਇਫ ਨੋ ਡਿਸਕਾਊਂਟ ਇਜ਼ ਅਲਾਉਡ। ਉਹਨੇ ਕੀ ਕਰਿਆ ਇੱਥੇ ਸੀਪੀਸੀ ਇੱਥੇ ਐਮਪੀਸੀ ਇੱਥੇ ਐਸਪੀਸੀ ਕੋਸਟ ਪ੍ਰਾਈਸ ਆਪਾਂ ਪਤਾ ਕਰ ਲਈ, ਵਧਾ ਕੇ ਕਿੰਨੇ ਲਿਖਿਆ 20%, ਡਿਸਕਾਊਂਟ ਉਹ ਦੇ ਰਿਹਾ 10%, ਫਿਰ ਉਹ ਇੰਨੇ ਦੀ ਵੇਚ ਰਿਹਾ। ਉਹ ਕਹਿੰਦਾ ਜੇ ਡਿਸਕਾਊਂਟ ਦੇਵੇ ਨਾ, ਆਹ ਵਾਲਾ ਡਿਸਕਾਊਂਟ ਨਾ ਹੀ ਦੇਵੇ ਤਾਂ ਦੱਸੋ ਗੇਨ ਪਰਸੈਂਟ ਕੀ ਹੋਊਗਾ। ਜੋ ਇਹ ਡਿਸਕਾਊਂਟ ਦਿੰਦਾ ਨਹੀਂ ਤਾਂ ਮਾਰਕੀਟ ਪ੍ਰਾਈਸ ਹੀ ਕੀ ਹੋਊਗੀ, ਸੈਲਿੰਗ ਪ੍ਰਾਈਸ ਹੋਊਗੀ ਨਾ। ਕਿੰਨੀ ਕੋਸਟ ਪ੍ਰਾਈਸ ਤੋਂ ਵਧਾ ਕੇ ਲਿਖੀ ਹੈ 20%, ਤਾਂ 20% ਹੀ ਤੁਹਾਡਾ ਕੀ ਹੋ ਗਿਆ ਪ੍ਰੋਫਿਟ ਹੋ ਗਿਆ। ਸਮਝੇ ਵੀ ਗੱਲ, ਬਹੁਤ ਵਾਰ ਆਇਆ ਹੋਇਆ ਪੇਪਰ 'ਚ ਸੇਮ ਲੈਂਗੁਏਜ ਦੇ ਵਿੱਚ ਜਮਾ ਡਿਟੋ, ਮੈਂ ਕਿਹਾ ਬਹੁਤ ਵਾਰ। ਦੱਸੋ ਮੈਨੂੰ ਸਮਝ ਗਏ। 70 'ਚ ਆਓ ਵੀ 70 ਤੇ ਆਓ ਚੱਲਾ। ਐਨ ਆਰਟੀਕਲ ਇਜ਼ ਮਾਰਕੀਟ ਫॉर ਸੇਲ 275। ਲੋ ਵੀ ਮਾਰਕੀਟ कहता मतलब ਤੁਸੀਂ ਲਾਈਨ ਚੁੱਪ ਕਰਕੇ ਬਣਾ ਲਓ। ਮਾਰਕੀਟ ਫॉर ਸੇਲ मतलब 275, मतलब भी मार्केट प्राइस कितनी है 275 है। द शॉपकीपर अलाउ द डिस्काउंट 5% ऑन द मार्केट प्राइस। पता भी सानू बई दसन की लोड़ नहीं, डिस्काउंट काहदे ते मिलता मार्केट प्राइस ते मिलता, मतलब इत्थे मिलता है भी। हिज नैट प्रॉफिट इज 4.5%। आ भी प्रॉफिट उन्होंने कितना हुंदा है 4.5% प्रॉफिट होया ओके। वट डिड द शॉपकीपर पे फॉर द आर्टिकल। शॉपकीपर ने किन्ने पे करे होंगे आर्टिकल वास्ते, मतलब शॉपकीपर दी कॉस्ट प्राइस पूछता है, कुछ भी नहीं जमी सिंपल है। लो भी मार्केट प्राइस तो सॉरी मार्केट प्राइस तो तुसी इत्थे सैलिंग प्राइस ते जंप मार सकते हो, कैलकुलेटिव फिगर 100 ते 95 है ना। ये सैलिंग प्राइस तो तुसी डायरैक्ट कॉस्ट प्राइस ते जंप मार सकते हो, कैलकुलेटिव फिगर 100 ते 104.5 बचे ही नहीं कुछ। लो भी मारो जंप, सैलिंग प्राइस कितनी आ गई 95/100, ये सैलिंग प्राइस है। फिर भी तुम सैलिंग प्राइस तो पिछे उठा जाना कॉस्ट प्राइस से, तो आंसर की होगा घट 100/104.5। आंसर है यार, दसो भी ठीक है 250 आ जाऊगा। बोलो भाई 71 ਤੁਹਾਡਾ होमवर्क है, कुछ नहीं है सिंपल जा। 72 भी तुम कर सकते हो, ठीक है होमवर्क है भी 72 नहीं होगा मैं कराऊंगा कोई गल नहीं। 73 भी तो थोड़ा होमवर्क है। हाँ 83 नंबर भी 83 नंबर करो जल्दी। इधर सुनो मेरी गल, इधर आओ भी इधर आओ। कहना प्रॉफिट ऑफ 20% इज मेड ऑन गुड्स when discount of 10% is given on the market price। अच्छा इत्थे तक मैं देखना मार्केट मुर्केट की गल कर ली तो मैं लाइन ड्रा कर ली सीपी एमपी ते एसपी है भी। कहना जो डिस्काउंट दिंदा 10% तो उन्होंने प्रॉफिट हो जाता है, किन्ने का प्रॉफिट होंदा है 20% का प्रॉफिट हो जाता है, ठीक है। फिर कहना वट प्रॉफिट परसेंट विल बी मेड when discount 20% is given on market price। कहना ਜਦੋਂ मैं आ डिस्काउंट 20% दवा तो मैनू ओवरऑल प्रॉफिट पता करके दो कितना होगा। समझे सवाल। इस सवाल विच सवाल पाया होया, दो सवाल पाए ने, है कुछ नहीं गल उत्थे ही है, मैं तुहानू जान के भी थोड़ा मत्था मारोगे। लो देखो भी तुसी ਇਹਦਾ प्रॉफिट पता करना, मतलब ਤੁਹਾਡੇ ਕੋਲ डिस्काउंट ਤਾਂ है, ਤੁਹਾਨੂੰ ਆ ਚੀਜ਼ नहीं पता, ਇਹ चीज़ पता लग जाए ਤਾਂ ਇਹਦਾ ਤੇ ਇਹਦਾ ਨੈਟ ਫੈਟ ਲਗਾ ਕੇ ਤੁਹਾਡਾ ਆਨਸਰ ਆ ਜਾਊਗਾ, ठीक है। ਹੁਣ ਇਹ चीज़ पता करना ਤੁਹਾਡਾ मकसद है पहला, ਇਹ चीज़ ਕਿੱਥੋਂ पता ਚੱਲੂ ਇੱਥੋਂ पता ਚੱਲੂਗੀ है भी। ਕਿੰਨਾ ਇੱਥੇ ਤੁਹਾਨੂੰ ਪਤਾ नहीं x% ਮੰਨ ਲਿਆ, ਇਹਦਾ ਤੇ ਇਹਦਾ ਨੈਟ ਇਫੈਕਟ ਬਰਾਬਰ ਕਿਹਦੇ ਹੈ 20 ਦੇ। ਲੋ ਵੀ ਸੋਲਵ ਕਰੋ x - 10 - 10x/100 ਬਰਾਬਰ 20 ਦੇ है। उधर जाके प्लस हो 30 भी कितना आ गया ये 90x/100, 30 9
एक्स की वैल्यू आ गई 100/3% आ गई। लो भी इत्थे एक्स आ गया 100/3, डिस्काउंट दिंदा 20, तो दोहां का नैट इफेक्ट लगा के की आ गया तुहाडा आंसर आ गया भी लो 100/3 माइनस 20 माइनस 100/3 गुना 20 बटे 100, 100 नाल 100 गया। लो भी 100/3 माइनस 20 माइनस 20/3, 300 60 20 20/3 की आ गया ओवरऑल प्रॉफिट आ गया प्लस च आ गया। समझे भी गल सुमिता? हाँ जी, सारी क्या सुनो समझ आ गया? ठीक है, कोई दिक्कत वाली गल नहीं। मार्केट प्राइस वाला भी तुहाडा कंसैप्ट क्लीयर हो गया। तुसीं लिखो भी होमवर्क एक्सरसाइज विचों।